ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ, ਕਿਸੇ ਗੱਲ ਨਾ ਮੁੜੂਗੀ ਸਾਡੀ ਲਹਿਰ ਨੀ। ਤੇਰੇ ਬੈਰੀਅਰ ਆਏ ਅਸੀਂ ਪੱਟ ਦਿੱਲੀਏ, ਲੈ ਕੇ ਮੁੜਾਂਗੇ, ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ, ਲੈ ਕੇ ਮੁੜਾਂਗੇ। ਆਪਣੇ ਹੱਕਾਂ ਦੀ ਪੂਰਤੀ ਦੇ ਲਈ ਦੁਨੀਆ ਭਰ ਦਾ ਕਿਸਾਨ ਅੱਜ ਦਿੱਲੀ ਦੀਆਂ ਬਰੂਹਾਂ ਤੇ ਆਣ ਬੈਠਾ ਹੋਇਆ ਹੈ, ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਮੈਂ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ। ਲਗਾਤਾਰ ਪਲ ਪਲ ਦੀ ਜਾਣਕਾਰੀ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਵਚਨਬੱਧ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਤੁਹਾਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚਦੀ ਕਰੀਏ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਮਸ਼ਹੂਰ ਪੱਤਰਕਾਰ ਅਤੇ ਬੁੱਧੀਜੀਵੀ ਸਰਦਾਰ MP ਸਿੰਘ ਜੀ। MP ਸਿੰਘ ਜੀ, ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਵੌਇਸ ਆਫ ਇੰਡੀਆ ਦੇ ਵਿਹੜੇ ਦੇ ਵਿੱਚ। ਬੜੀ ਮਿਹਰਬਾਨੀ ਭਿੰਡਰ ਸਾਹਿਬ। ਮੈਂ ਦੋ ਗੱਲਾਂ ਤੇ ਥੋੜੀ ਜਿਹੀ ਕਰੈਕਸ਼ਨ ਕਰਨੀ ਚਾਹੁੰਦਾ। ਇੱਕ ਤੇ ਇਹ ਹੈ ਕਿ ਮੇਰੀ ਮਸ਼ਹੂਰੀ ਕੋਈ ਨਹੀਂ ਜੀ, ਠੀਕ ਹੈ ਜੀ। ਮੈਂ ਸਿਰਫ ਇਹ ਹੈ ਕਿ ਨੌਲੇਜ ਰੱਖਦਾ ਜੀ। ਮੈਨੂੰ ਸ਼ੌਕ ਹੈ, ਬੜਾ ਪੁਰਾਣਾ ਸ਼ੌਕ ਹੈ ਜੀ ਪੱਤਰਕਾਰੀ ਦਾ, ਤੇ ਉਹਦੇ ਮੁਤਾਬਕ ਆਪਦੀ ਬੁੱਧੀ ਦੇ ਮੁਤਾਬਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਨਹੀਂ, ਜੋ ਮਸ਼ਹੂਰ ਇਹ ਸਾਡਾ ਬਹੁਤ ਸਾਡਾ ਮਾਣ ਵਾਲੀ ਗੱਲ ਆ ਕਿ ਅਸੀਂ ਤੁਹਾਨੂੰ ਇੰਟਰੋਡਿਊਸ ਕਰਦੇ ਹਾਂ ਜੀ। ਬੜੀ ਚੰਗੀ ਗੱਲ ਹੈ ਜੀ। ਦੂਸਰੀ ਕਰੈਕਸ਼ਨ, ਮੈਨੂੰ ਉਹ ਵੈਸੇ ਬਹੁਤ ਖੁਸ਼ੀ ਹੋਈ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਦੁਨੀਆ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ। ਸੱਚੀ ਮੁੱਚੀ ਦੁਨੀਆ ਭਰ ਦੀ, ਭਾਵੇਂ ਉਹ ਪੰਜਾਬ ਤੋਂ ਉੱਠ ਕੇ ਆਏ ਜਾਂ ਹਰਿਆਣੇ ਤੋਂ ਉੱਠ ਕੇ ਆਏ ਜਾਂ ਉਹ ਰਾਜਸਥਾਨ ਤੋਂ ਹੈ, ਮੱਧ ਪ੍ਰਦੇਸ਼ ਤੋਂ ਹੈ, ਉਧਰੋਂ ਕੇਰਲਾ ਤੋਂ ਹੈ, ਉੱਤਰਾਂਚਲ ਚੋਂ ਹੈ, ਉੱਤਰਾਖੰਡ ਚੋਂ ਹੈ, ਕਿਤੋਂ ਵੀ ਇਸ ਤਰ੍ਹਾਂ ਦੇ ਆਏ ਆ ਕਿਸਾਨ, ਈਵਨ ਮਹਾਰਾਸ਼ਟਰ ਤੋਂ ਆ ਗਏ। ਪਰ ਅਸੀਂ ਲੋਕ ਜਿਹੜੇ ਬਾਹਰ ਬੈਠੇ ਆ ਦੂਸਰਿਆਂ ਦੇਸ਼ਾਂ 'ਚ, ਕੈਨੇਡਾ, ਅਮਰੀਕਾ, ਯੂਰਪ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ, ਅਸੀਂ ਵੀ ਸਾਰੇ ਅਸਲ 'ਚ ਭਾਵੇਂ ਫਿਜ਼ੀਕਲੀ ਉੱਥੇ ਨਹੀਂ ਹੈਗੇ ਪਰ ਸਾਡਾ ਦਿਲ ਦਿਮਾਗ ਆਲਵੇਜ਼ ਉੱਥੇ ਰਹਿੰਦਾ। ਇਸ ਗੱਲ ਦੀ ਮੈਨੂੰ ਖੁਸ਼ੀ ਆ ਕਿ ਤੁਸੀਂ ਦੁਨੀਆ ਭਰ ਦੇ ਕਿਸਾਨਾਂ ਦਾ ਜ਼ਿਕਰ ਕੀਤਾ। ਸੱਚੀ ਮੁੱਚੀ ਅਸੀਂ ਸਾਰੇ ਕਿਸਾਨ ਜਾਂ ਕਿਸਾਨੀ ਨਾਲ ਜੁੜੇ ਲੋਕ ਜਿਹੜੇ ਆ, ਅਸੀਂ ਉੱਥੇ ਬੈਠੇ ਆ। ਸਾਡਾ ਦਿਲ ਦਿਮਾਗ ਉਹਨਾਂ ਕਿਸਾਨਾਂ ਦੇ ਨਾਲ ਹੈ। ਅਸੀਂ ਉਹਨਾਂ ਦੇ ਧਰਨੇ ਦੀ, ਉਹਨਾਂ ਦੀਆਂ ਮੰਗਾਂ ਦੀ, ਜਾਇਜ਼ ਮੰਗਾਂ ਦੀ ਪੂਰੀ ਸਪੋਰਟ, ਡਟਵੀਂ ਸਪੋਰਟ ਕਰਦੇ ਹਾਂ। MP ਸਿੰਘ ਜੀ, ਪਿਛਲੇ ਕੁਝ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਇੱਕ ਚਿੱਠੀ ਆਈ ਸੀ, ਤਾਂ ਉਹਦੇ ਸੰਦਰਭ ਦੇ ਵਿੱਚ, ਉਹਦੀ ਉਤਾਰੇ ਦੇ ਵਿੱਚ ਆਪਣੇ ਕਿਸਾਨ ਜਥੇਬੰਦੀਆਂ ਨੇ ਵੀ ਆਪਣੇ ਵੱਲੋਂ ਮੀਟਿੰਗ ਜਿਹੜੀ ਹੈਗੀ ਆ ਉਹ 29 ਤਰੀਕ ਨੂੰ ਸੈਂਟਰਲ ਗਵਰਨਮੈਂਟ ਨੂੰ ਤਜਵੀਜ਼ ਭੇਜੀ ਸੀਗੀ ਕਿ ਅਸੀਂ ਤੁਹਾਡੇ ਨਾਲ 29 ਤਰੀਕ ਨੂੰ ਮੀਟਿੰਗ ਕਰਾਂਗੇ। ਪਰ ਉਸ ਦੇ ਜਵਾਬ ਦੇ ਵਿੱਚ ਕੇਂਦਰ ਸਰਕਾਰ ਨੇ ਕਹਿਤਾ ਕਿ ਅਸੀਂ 29 ਨੂੰ ਨਹੀਂ ਕਰਾਂਗੇ ਤੇ ਅਸੀਂ ਇਹ ਮੀਟਿੰਗ 30 ਨੂੰ ਕਰਾਂਗੇ। ਕੀ ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨਾਂ ਨੇ ਜੋ ਕਹਿਤਾ ਤੇ ਉਹ ਨਹੀਂ ਕਰਨਾ ਤੇ ਅਸੀਂ ਆਪਦੀ ਮਰਜ਼ੀ ਕਰਨੀ ਆ? ਚਾਹੀਦਾ ਤਾਂ ਇਉਂ ਸੀ ਕਿ 26 ਤਰੀਕ ਨੂੰ ਪਹਿਲਾਂ ਮੀਟਿੰਗ ਹੋਈ ਕਿ ਅਸੀਂ ਤੁਹਾਡੇ ਨਾਲ 29 ਤਰੀਕ ਦੀ ਮੀਟਿੰਗ ਕਰਾਂਗੇ ਕਿਸਾਨ ਜਥੇਬੰਦੀਆਂ ਵੱਲੋਂ, ਪਰ ਉਹਦੇ ਵਿੱਚ 27, 28, 29 3-4 ਦਿਨ ਸੀਗੇ। ਹਾਲਾਂਕਿ ਸੈਂਟਰ ਗਵਰਨਮੈਂਟ ਨੂੰ ਇਹ ਚਾਹੀਦਾ ਸੀ ਕਿ 30 ਤਰੀਕ 'ਚ ਤਾਂ ਦਿਨ ਹੀ ਬਹੁਤ ਪਏ ਆ, ਤੁਸੀਂ ਤਾਂ ਕੱਲ ਨੂੰ ਹੀ ਆ ਜਾਓ। ਬਿਲਕੁਲ, ਜੇ ਉਹ ਸੱਚੀ ਮੁੱਚੀ ਸੁਹਿਰਦ ਹੁੰਦੇ ਤਾਂ ਸੁਹਿਰਦ ਹੁੰਦੇ। ਕੀ ਕਹਿੰਦੇ ਆ ਜੀ ਤੁਸੀਂ ਇਹਦੇ ਵਿੱਚ? ਕੀ ਦੋ ਗੱਲਾਂ ਬੜੀਆਂ ਇਹਦੇ ਵਿੱਚ ਇੰਪੋਰਟੈਂਟ। ਇੱਕ ਤਾਂ ਇਹ ਹੈ ਕਿ ਕਿਸਾਨਾਂ ਨੇ 26 ਤਰੀਕ ਨੂੰ ਹੀ ਕਹਿ ਦਿੱਤਾ ਸਰਕਾਰ ਨੂੰ ਕਿ ਅਸੀਂ 29 ਨੂੰ ਮੀਟਿੰਗ ਤੁਹਾਡੇ ਨਾਲ ਕਰਨੀ ਚਾਹੁੰਦੇ ਜੀ, ਤੇ ਸਾਡੀ ਮੀਟਿੰਗ ਦਾ ਏਜੰਡਾ ਆਇਆ ਹੋਏਗਾ ਜੀ। ਟਾਈਮ ਵੀ ਇਹਨਾਂ ਫਿਕਸ ਕਰਤਾ ਕਿਉਂਕਿ ਸਰਕਾਰ ਬਾਰ-ਬਾਰ ਇਹ ਕਹਿ ਰਹੀ ਸੀ ਕਿਸਾਨਾਂ ਨੂੰ, ਕਿਸਾਨਾਂ ਦੇ ਪਾਲੇ ਵਿੱਚ ਸੀਗਾ ਗੇਂਦ ਕਿ ਤੁਸੀਂ ਜੀ ਮੀਟਿੰਗ ਕਰੋ, ਚਰਚਾ ਕਰੋ, ਮੀਟਿੰਗ ਕਰੋ, ਚਰਚਾ ਕਰੋ, ਗੱਲਬਾਤ ਹੋਣੀ ਚਾਹੀਦੀ, ਬੰਦ ਨਹੀਂ ਹੋਣੀ ਚਾਹੀਦੀ। ਇਹ ਗੱਲ ਕੁਦਰਤੀ ਹੈ ਕਿ ਕਿਸਾਨਾਂ ਤੇ ਵੀ ਇਸ ਗੱਲ ਦਾ ਪ੍ਰੈਸ਼ਰ ਸੀ ਵੀ ਵਾਕਈ ਗੱਲਬਾਤ ਬੰਦ ਨਹੀਂ ਹੋਣੀ ਚਾਹੀਦੀ। ਕੱਲ ਨੂੰ ਸਰਕਾਰ ਇਹ ਇਲਜ਼ਾਮ ਲਾਵੇ ਮੀਡੀਆ ਦਾ, ਅੱਗੇ ਉਹਨਾਂ ਦਾ ਜਿਹੜਾ ਨੈਸ਼ਨਲ ਮੀਡੀਆ ਜਿਹੜਾ ਹੈਗਾ, ਜਿਹਨੂੰ ਅਸੀਂ ਵਿਕਾਊ ਮੀਡੀਆ ਵੀ ਕਹਿੰਦੇ ਆ, ਗੋਦੀ ਮੀਡੀਆ ਵੀ ਕਹਿੰਦੇ ਆ, ਵੱਖ-ਵੱਖ ਨਾਮ ਆ ਜਿਹੜੇ ਉਹਨਾਂ ਨੂੰ ਦਿੱਤੇ ਗਏ, ਉਹ ਸਾਰਾ ਮੀਡੀਆ ਤੇ ਪਹਿਲਾਂ ਹੀ ਰੌਲਾ ਪਾ ਰਿਹਾ ਕਿ ਕਿਸਾਨ ਨਹੀਂ ਅਸਲ ਵਿੱਚ, ਇਹ ਕੁਛ ਢਾਈ ਟੋਟਲੂ ਆਏ ਆ ਜਾਂ ਪੰਜਾਬ ਤੋਂ ਕੁਛ ਲੋਕ ਆਏ, ਮੁੱਠੀ ਭਰ ਕਿਸਾਨ ਆਏ ਆ ਤੇ ਉਹ ਇੱਥੇ ਧਰਨਾ ਮਾਰ ਕੇ ਬੈਠੇ ਆ। ਉਸ ਤੋਂ ਪਹਿਲਾਂ ਉਹਨਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਨਵਾਜਿਆ ਗਿਆ, ਅੱਜ ਵੀ ਨਵਾਜਿਆ ਜਾ ਰਿਹਾ। ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ, ਉਹਨਾਂ ਨੂੰ ਅਰਬਨ ਨਕਸਲ ਕਿਹਾ ਜਾ ਰਿਹਾ, ਨਕਸਲਵਾੜੀ ਕਿਹਾ ਜਾ ਰਿਹਾ, ਵੱਖਵਾਦੀ, ਅੱਤਵਾਦੀ, ਬੜੇ ਨਾਂ ਦਿੱਤੇ ਜਾ ਰਹੇ। ਪਰ ਕਿਸਾਨਾਂ ਦੇ ਹੌਸਲੇ ਜਿਹੜੇ ਆ ਉਹ ਬੁਲੰਦ ਹੈ। ਉਹਨਾਂ ਦੇ ਹੌਸਲੇ ਨੂੰ ਢਾਇਆ ਨਹੀਂ ਜਾ ਸਕਿਆ, ਉਹਨਾਂ ਦੇ ਜੋਸ਼ ਨੂੰ ਮੱਠਾ ਨਹੀਂ ਕੀਤਾ ਜਾ ਸਕਿਆ।
ਹੁਣ ਦੋ ਕਾਰਨ ਸੀਗੇ 29 ਤਰੀਕ ਨੂੰ ਬਦਲ ਕੇ 30 ਕਰਨ ਦੇ ਪਿੱਛੇ ਜੀ। ਇੱਕ ਤਾਂ ਇਹ ਸੀ ਕਿ ਕਿਸਾਨਾਂ ਨੇ ਜਦੋਂ 26 ਤਰੀਕ ਨੂੰ ਮੀਟਿੰਗ ਕੀਤੀ ਆਪਦੀ ਤੇ ਉਹਦੇ ਵਿੱਚ ਹੀ ਉਹਨਾਂ ਨੇ ਤਜਵੀਜ਼ ਭੇਜ ਦਿੱਤੀ 29 ਤਰੀਕ ਵਾਲੀ, ਨਾਲ ਹੀ ਅਨਾਉਂਸ ਕਰਤਾ ਕਿ 30 ਤਰੀਕ ਨੂੰ 29 ਤਰੀਕ ਦੀ ਮੀਟਿੰਗ ਤੋਂ ਬਾਅਦ 30 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਾਂਗੇ। ਟਰੈਕਟਰ ਮਾਰਚ ਕੀ ਸੀਗਾ, ਇੱਕ ਬਾਰਡਰ ਤੋਂ ਦੂਜੇ ਬਾਰਡਰ ਤੇ ਜਾਵਾਂਗੇ ਤੇ ਉਹਦੇ ਲਈ ਮਤਲਬ ਜਿਹੜੇ ਦੂਜਿਆਂ ਸੂਬਿਆਂ ਤੋਂ ਸਮੇਤ ਪੰਜਾਬ ਹਰਿਆਣਾ ਉਹ ਟਰੈਕਟਰ ਨਵੇਂ ਆਉਣੇ ਸ਼ੁਰੂ ਹੋ ਗਏ, ਕਿਉਂਕਿ ਪਹਿਲਾ ਸੈਟਅਪ ਜਿਹੜਾ ਸੀਗਾ ਉਹ ਲੱਗਾ ਹੋਇਆ ਸੀ, ਉਹਨੂੰ ਤਾਂ ਚੇਂਜ ਨਹੀਂ ਕੀਤਾ ਜਾ ਸਕਦਾ, ਹਟਾਇਆ ਨਹੀਂ ਜਾ ਸਕਦਾ। ਟਰਾਲੀਆਂ ਉੱਥੇ ਖੜੀਆਂ, ਟੈਂਟ ਬਣ ਗਏ, ਉਹਦੇ ਵਿੱਚ ਹੀ ਉਹਨਾਂ ਦੀ ਰਿਹਾਇਸ਼ ਬਣ ਗਈ। ਸੋ ਨਵੇਂ ਟਰੈਕਟਰ ਉਹਨਾਂ ਨੇ ਕਾਲ ਕਰ ਲਏ, ਉਹ ਨਵੇਂ ਟਰੈਕਟਰ ਦਿੱਲੀ ਵੱਲ ਨੂੰ ਆਉਣ ਲੱਗ ਪਏ। ਸਰਕਾਰ ਨੇ ਇਹ ਸੋਚਿਆ ਵੀ ਇੱਕ ਤਾਂ ਉਹ ਸਰਕਾਰ ਹੀ ਕਿਹੜੀ ਜਿਹੜੀ ਕਿਸਾਨਾਂ ਦੀ ਗੱਲ ਮੰਨਦੀ, ਇਹਨਾਂ ਹੱਟ ਤਾਂ ਉਹਨਾਂ ਰੱਖਣਾ ਸੀ ਨਾ, ਆਪਦੀ ਕਹਿੰਦੇ ਨਾ ਲੱਤ ਉੱਤੇ ਰੱਖਣ ਵਾਲੀ ਗੱਲ। ਪੰਜਾਬੀ ਦੀਆਂ ਕਹਾਵਤਾਂ ਬੜੀਆਂ ਕਈ ਵਾਰੀ ਏਦਾਂ ਸਾਨੂੰ ਦੇਣੀਆਂ ਪੈਂਦੀਆਂ, ਜ਼ਿਕਰ ਕਰਨਾ ਪੈਂਦਾ। ਉਹ ਇਹ ਸੀ ਵੀ ਸਰਕਾਰ ਇਹ ਚਾਹੁੰਦੀ ਸੀਗੀ ਕਿ ਅਸੀਂ ਕਿਸਾਨਾਂ ਦੀ ਗੱਲ ਕਿਉਂ ਮੰਨੀਏ, ਅਸੀਂ 29 ਦੀ ਬਜਾਏ 30 ਜ਼ਰੂਰ ਕਰਨੀ। ਦੂਜਾ ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀ ਕਿ 29 ਵਾਲਾ ਜਿਹੜਾ ਇਹ ਅਨਾਉਂਸਮੈਂਟ ਇਹਨਾਂ ਨੇ ਕੀਤੀ ਆ ਸੰਘਰਸ਼ ਦਾ ਨਵਾਂ ਇੱਕ ਪੈਂਤੜਾ ਕਿ ਟਰੈਕਟਰ ਮਾਰਚ ਅਸੀਂ ਇੱਕ ਤੋਂ ਦੂਜੇ ਬਾਰਡਰ ਤੱਕ ਜਾਣਾ, ਉਹਨੂੰ ਕਿਸੇ ਤਰੀਕੇ ਨਾਲ ਸੈਬੋਟੇਜ ਕਰਤਾ, ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ ਜੀ। ਸੋ ਕਿਸਾਨ ਵੀ ਬੜੇ ਚੌਕਸ ਹੈ ਜੀ। ਕਿਸਾਨਾਂ ਨੇ 30 ਤਰੀਕ ਦਾ ਸੱਦਾ ਵੀ ਪ੍ਰਵਾਨ ਕਰ ਲਿਆ ਜੀ, ਤੇ ਜਿਹੜਾ 30 ਤਰੀਕ ਨੂੰ ਟਰੈਕਟਰ ਮਾਰਚ ਸੀ ਉਹ ਪੋਸਟਪੋਨ ਕਰਕੇ 31 ਕਰਤਾ। ਹਾਂਜੀ ਹਾਂ, ਉਹ ਕਹਿੰਦੇ ਅਸੀਂ ਕਿਹੜਾ ਖਤਮ ਕਰਨਾ, ਸਾਡਾ ਸੰਘਰਸ਼ ਚੱਲੂਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਠੀਕ ਹੈ ਜੀ। ਮੰਗਾਂ ਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਗੱਲ ਫਿਰ ਲਿਖੀ ਆ ਹੋਈ ਕਿ ਸਾਡੀ ਗੱਲਬਾਤ ਸ਼ੁਰੂ ਇੱਥੋਂ ਹੋਣੀ ਆ ਕਿ ਜਿਹੜੇ 3 ਕਾਨੂੰਨ ਅਸੀਂ ਵਾਪਸ ਲੈਣ ਦੀ ਮੰਗ ਕਰਦੇ ਪਏ ਆ, ਉਹਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਕੀ ਹੈ, ਕਿੱਦਾਂ ਸ਼ੁਰੂ ਤੁਸੀਂ ਵਾਪਸੀ ਕਿਵੇਂ ਕਰ ਰਹੇ ਹੋ, ਇਹ ਸਾਡੇ ਨਾਲ ਡਿਸਕਸ ਕਰੋ। ਜੇ ਇਹਦੇ ਵਿੱਚ ਤੁਹਾਨੂੰ ਮੁਸ਼ਕਲ ਆਉਂਦੀ ਆ, ਵਾਪਸ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਕੋਈ ਟੈਕਨੀਕਲ ਤੁਹਾਨੂੰ ਲੱਗਦਾ ਕਿ ਇਦਾਂ ਨਹੀਂ ਵਾਪਸ ਲਿਆ ਜਾ ਸਕਦਾ, ਇਹ ਕਰਨਾ ਪੈਣਾ, ਇਹ ਕਰਨਾ ਪੈਣਾ, ਉਹ ਕਰਨਾ ਪੈਣਾ, ਹੋ ਸਕਦਾ ਕਈ ਪਾਸੇ ਉਹ ਗੇਂਦ ਨੂੰ ਇਦਾਂ ਸੁੱਟਣ ਦੀ ਕੋਸ਼ਿਸ਼ ਕਰਨ, ਤੇ ਕਿਸਾਨ ਇਸ ਗੱਲ ਲਈ ਤਿਆਰ ਹੋ ਕੇ ਜਾਣਗੇ। ਹੁਣ ਤੋਂ ਕੁਝ ਘੰਟੇ ਬਾਅਦ ਉਹ ਮੀਟਿੰਗ ਜਿਹੜੀ ਆ ਹੋ ਰਹੀ ਹੈ, ਕੱਲ ਨੂੰ ਅਸੀਂ ਉਹਦੇ ਤੇ ਖੂਬ ਚਰਚਾ ਕਰਨੀ। ਬਿਲਕੁਲ ਜੀ, ਬਿਲਕੁਲ। ਸਾਡੀ ਕੋਸ਼ਿਸ਼ ਰਹਿੰਦੀ ਹੈ ਜੀ ਕਿ ਨਵੀਂ ਤੋਂ ਨਵੀਂ ਜਿਹੜੀ ਜਾਣਕਾਰੀ ਆ ਅੰਦੋਲਨ ਦੇ ਨਾਲ ਜੁੜੀ ਹੋਈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਦੁਨੀਆ ਭਰ ਦੀਆਂ MP ਸਿੰਘ ਜੀ ਨਜ਼ਰਾਂ ਜਿਹੜੀਆਂ ਹੈਗੀਆਂ ਉਹ ਕੱਲ ਦੀ ਮੀਟਿੰਗ ਤੇ ਟਿਕੀਆਂ ਹੋਈਆਂ। ਕੋਈ ਕਮਿਊਨਿਟੀ ਹੋਵੇ, ਇਹ ਮੈਟਰ ਨਹੀਂ ਕਰਦੀ ਗੱਲ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਮੁਸਲਿਮ ਆ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਇਆ ਬੰਦਾ, ਪਰ ਜਿਹੜੀ ਤਿਰਛੀ ਨਜ਼ਰ ਆ ਜਿਹੜੀ ਰੱਖੀ ਹੋਈ ਆ ਹਰੇਕ ਬੰਦੇ ਨੇ ਉਸ ਅੰਦੋਲਨ ਦੇ ਉੱਤੇ ਕੱਲ ਦੀ ਮੀਟਿੰਗ ਤੇ ਕਿ ਕੀ ਹੋਊਗਾ। ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਆ ਜਿਹੜੀ ਉਹ ਕੋਈ ਨਵਾਂ ਪੈਂਤਰਾ ਅਪਣਾਊਗੀ ਕਿ ਇਸ ਕਿਸਾਨਾਂ ਦੇ ਪੱਖ ਦੀ ਕੋਈ ਨਿਕਲ ਸਕਦੀ ਆ ਗੱਲ? ਬਿਲਕੁਲ ਨਵਾਂ ਪੈਂਤਰਾ ਅਪਣਾਊਗੀ ਜੀ, ਇੰਨੀ ਛੇਤੀ ਸਰਕਾਰ ਮੰਨਣ ਵਾਲੀ ਨਹੀਂ ਹੈ ਜੀ। ਕਾਰਨ ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਆ, ਉਹਨਾਂ ਵਾਸਤੇ ਕਿਸਾਨ ਪ੍ਰਾਇੋਰਟੀ ਨਹੀਂ ਆ, ਪਹਿਲ ਨਹੀਂ ਆ ਜੀ। ਉਹਨਾਂ ਵਾਸਤੇ ਪਹਿਲ ਜਿਹੜੀ ਆ ਉਹ ਸਰਮਾਏਦਾਰੀ, ਕਾਰਪੋਰੇਟ ਘਰਾਣੇ ਆ, ਪਹਿਲ ਉਹਨਾਂ ਦੀ ਆ। ਠੀਕ ਹੈ ਜੀ। ਕਿਸਾਨਾਂ ਦੇ ਤਾਂ ਬਾਰੇ ਜੇ ਸੋਚਣਾ ਹੁੰਦਾ, ਜੇ ਕਿਸਾਨਾਂ ਬਾਰੇ ਵਫਾਦਾਰੀ ਹੁੰਦੀ, ਸੁਹਿਰਦਤਾ ਹੁੰਦੀ, ਕਿਸਾਨਾਂ ਦਾ ਫਿਕਰ ਹੁੰਦਾ, ਤੇ ਇਹ ਕਾਨੂੰਨ ਸ਼ਾਇਦ ਬਣਦੇ ਨਾ ਜੀ, ਜਾਂ ਇਹਨਾਂ ਦਾ ਕੋਈ ਰੰਗ ਰੂਪ ਹੋਰ ਹੁੰਦਾ। ਇਹ ਸਾਰੇ ਕਾਨੂੰਨ ਇਸ ਤਰੀਕੇ ਨਾਲ ਬਣਾਏ ਗਏ ਕਿ ਇਹ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਹੋਵੇ, ਵੱਡਿਆਂ ਲੋਕਾਂ ਦਾ, ਸਰਮਾਏਦਾਰੀ ਦਾ ਫਾਇਦਾ ਹੋਵੇ। ਸੋ ਇਹ ਗੱਲ ਇੰਨੀ ਹਜਮ ਹੋਣ ਵਾਲੀ ਹੈ ਨਹੀਂ। ਸਰਕਾਰ ਕੋਈ ਨਵਾਂ ਪੈਂਤੜਾ ਅਪਣਾਊਗੀ, ਕੋਈ ਨਵਾਂ ਸ਼ਗੁਫਾ ਜਿਹੜਾ ਲੈ ਕੇ ਆਊਗੀ, ਸ਼ੋਸ਼ਾ ਨਵਾਂ ਛੱਡਣਗੇ ਤੇ ਉਹਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਨਗੇ। ਕੁੱਲ ਮਿਲਾ ਕੇ ਉਹਨਾਂ ਦੀ ਇਹ ਵੀ ਇੱਕ ਸ਼ੁਰੂ ਤੋਂ ਹੀ ਪਾਲਿਸੀ ਰਹੀ ਆ ਸਰਕਾਰੀ ਪੱਖ ਦੀ ਕਿ ਇਸ ਅੰਦੋਲਨ ਨੂੰ ਪ੍ਰੋਲੋਂਗ ਕਰਤਾ ਜਾਵੇ, ਲੰਬਾ ਕਰਤਾ ਜਾਵੇ। ਲੋਕੀ ਥੱਕ ਜਾਣਗੇ, ਅੱਕ ਜਾਣਗੇ। ਹਾਲਾਂਕਿ ਏਦਾਂ ਦੀ ਗੱਲ ਹੋਣੀ ਨਹੀਂ, ਨਾ ਹੋਈ ਆ, ਨਾ ਇਹਦੀ ਕੋਈ ਸੰਭਾਵਨਾ ਲੱਗਦੀ ਆ। ਠੀਕ ਹੈ ਜੀ। ਅਸੀਂ ਰੋਜ਼ ਉੱਥੋਂ ਦੀਆਂ ਰਿਪੋਰਟਾਂ ਜਿਹੜੀਆਂ ਪੜ੍ਹਦੇ ਆ, ਸੁਣਦੇ ਆ, ਉਹਦੇ ਸਾਡੇ ਲੋਕ ਵੀਡੀਓ ਸਾਡੇ ਨਾਲ ਸ਼ੇਅਰ ਕਰਦੇ ਉੱਥੇ ਬੈਠੇ, ਉਹਨਾਂ ਤੋਂ ਇਹ ਲੱਗਦਾ ਕਿ ਕਿਸਾਨ ਅੱਕਣ ਵਾਲੇ ਹੈ ਨਹੀਂ, ਥੱਕਣ ਵਾਲੇ ਹੈ ਨਹੀਂ। ਹਾਲਾਂਕਿ ਹਰ ਰੋਜ਼ ਘੱਟੋ ਘੱਟ ਇੱਕ ਕਿਸਾਨ ਦੀ ਮੌਤ ਹੋ ਰਹੀ ਹੈ। ਹੁਣ ਤੱਕ 40-45 ਕਿਸਾਨ ਜਿਹੜੇ ਆ ਉਹ ਆਪਦੀ ਜਾਨ ਗਵਾ ਬੈਠੇ ਆ। ਉਹਨਾਂ ਵਿੱਚ ਕਿਸਾਨ ਬੀਬੀਆਂ ਵੀ ਆ, ਕਿਸਾਨ ਬਜ਼ੁਰਗ ਵੀ ਆ, ਈਵਨ 19 ਸਾਲਾਂ ਦੇ ਨੌਜਵਾਨ ਵੀ ਆ। ਸੋ ਇਹਦੇ ਬਾਵਜੂਦ ਵੀ ਕਿਸਾਨਾਂ ਦਾ ਹੌਸਲਾ ਜਿਹੜਾ ਵਾ ਉਹ ਤੋੜਨਾ ਸਰਕਾਰ ਵਾਸਤੇ ਬਹੁਤ ਔਖਾ ਹੋਇਆ ਪਿਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਇਹਦੇ ਵਿੱਚੋਂ ਕੋਈ ਨਿਕਲਣ ਵਾਲੀ ਗੱਲ ਲੱਗਦੀ ਨਹੀਂ, ਕਿ ਭੂਕਣੇ ਦੇ ਵਿੱਚ ਜਿੱਦਾਂ
ਅੰਬਾਨੀ ਹੁਣੀ ਫੂਕ ਮਾਰਦੇ ਆ ਤੇ ਮੋਦੀ ਸਾਹਿਬ ਉਦਾਂ ਦੀ ਆਵਾਜ਼ ਕੱਢ ਦਿੰਦੇ ਦੂਜੇ ਪਾਸੇ। ਬਿਲਕੁਲ ਬਿਲਕੁਲ। ਇਹਦੇ ਚੋਂ ਦੇਖੋ ਜੀ, ਇਸ ਸੰਘਰਸ਼ ਚੋਂ ਤਾਂ ਨਿਕਲਣਾ ਹੀ ਆ ਜੀ। ਜੇ ਸੰਘਰਸ਼ ਪ੍ਰਤੀ ਜਿਹੜਾ ਮੇਰਾ ਨਜ਼ਰੀਆ ਉਹ ਇਹ ਆ ਕਿ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੀ ਜਿੱਤ ਹੋਣੀ ਹੀ ਹੋਣੀ ਹੈ, ਭਾਵੇਂ ਅੱਜ ਹੋ ਜਾਏ, ਭਾਵੇਂ ਅਜੇ ਹੋਰ 6 ਮਹੀਨੇ ਲੱਗ ਜਾਣ ਜੀ। ਮੈਂ ਇਹ ਨਹੀਂ ਕਹਿੰਦਾ ਕਿ ਜੀ ਬਸ ਹੋਇਆ ਹੀ ਕੀ ਹੋਈ, ਇਹ 15 ਜਨਵਰੀ ਨੂੰ ਹੋ ਜਾਣੀ ਆ ਜਾਂ 26 ਜਨਵਰੀ ਨੂੰ ਹੋ ਜਾਣੀ ਆ, ਇਦਾਂ ਦੇ ਕੋਈ ਚਾਂਸ ਨਹੀਂ ਲੱਗਦੇ। ਕਿਸਾਨਾਂ ਨੂੰ ਵੀ ਪਤਾ, ਕਿਸਾਨ ਲੀਡਰਾਂ ਨੂੰ ਵੀ ਪਤਾ ਕਿ ਇਹ ਸੰਘਰਸ਼ ਲੰਬਾ, ਇਹਦੀ ਲੜਾਈ ਲੰਬੀ ਲੜਨੀ ਪੈਣੀ ਹੈ ਔਰ ਪੂਰੇ ਜੋਸ਼ ਨਾਲ, ਹੋਸ਼ ਨਾਲ ਤੇ ਸਟਰਡ ਨਾਲ ਲੜਨੀ ਪੈਣੀ। ਇਸ ਕਰਕੇ ਨਿਕਲੂਗਾ ਤਾਂ ਜ਼ਰੂਰ ਕੁਛ, ਯਾਨੀ ਹੱਲ ਤਾਂ ਹੋਊਗਾ, ਸਮਾਂ ਲੱਗੂਗਾ। ਠੀਕ ਹੈ ਜੀ। ਆਪਾਂ ਗੱਲ ਸਰਮਾਏਦਾਰੀ ਦੀ ਕਰ ਰਹੇ ਸੀਗੇ ਕਿ ਹੁਣ ਸਾਰੇ ਭਾਰਤ ਦੇ ਵਿੱਚ ਇਹ ਕੰਪੇਨ ਚਲਾਇਆ ਜਾ ਰਿਹਾ ਕਿ ਜੀਓ, ਜਿਵੇਂ ਆਪਾਂ ਗੱਲ ਕਰ ਦਈਏ ਕਿ ਜੀਓ ਅੰਬਾਨੀ ਹੋਣਾ ਦਾ, ਕੱਲੀ ਜੀਓ ਹੀ ਨਹੀਂ, ਜਿੰਨੇ ਵੀ ਉਹਨਾਂ ਦੇ ਪ੍ਰੋਡਕਟ ਸਾਰੇ ਆ ਉਹਨਾਂ ਦਾ ਵੀ ਮਤਲਬ ਬਾਈਕਾਟ ਕੀਤਾ ਜਾ ਰਿਹਾ। ਅੰਬਾਨੀ ਦੇ ਵੀ, ਅਡਾਨੀ ਦੇ ਵੀ, ਸਰਮਾਏਦਾਰੀ ਸਾਰੀ। ਤੇ ਹੁਣ ਜੀਓ ਸਿਮ ਨੂੰ ਲੈ ਕੇ ਇੱਕ ਬਹੁਤ ਵੱਡਾ ਪ੍ਰੋਪੇਗੈਂਡਾ ਜਿਹੜਾ ਹੈਗਾ ਉਹ ਆਪਣੇ ਜਿਹੜਾ ਹੈਗਾ ਭਾਰਤ ਦੇ ਵਿੱਚ ਚੱਲ ਰਿਹਾ। ਖਾਸ ਕਰਕੇ ਪੰਜਾਬ ਦੇ ਲੋਕਾਂ ਦੀਆਂ ਖਬਰਾਂ ਸਾਡੇ ਕੋਲੇ ਜ਼ਿਆਦਾ ਪਹੁੰਚ ਰਹੀਆਂ ਕਿ ਜਦੋਂ ਵੀ ਉਹ ਪੋਰਟ ਕਰਵਾਉਣ ਦੇ ਲਈ ਇੱਕ ਮੈਸੇਜ ਦੇਣਾ ਪੈਂਦਾ, ਇਹ ਆਪਣਾ ਰਾਈਟ ਆ ਕਿ ਆਪਾਂ ਕਿਸੇ ਵੀ ਕੰਪਨੀ ਦਾ ਸਿਮ ਆ ਜਦੋਂ ਮਰਜ਼ੀ ਆਪਾਂ ਕਿਸੇ ਵੀ ਕੰਪਨੀ 'ਚ ਕਨਵਰਟ ਕਰਾ ਸਕਦੇ ਹਾਂ, ਟ੍ਰਾਂਸਫਰ ਕਰਵਾ ਸਕਦੇ ਹਾਂ। ਹੁਣ ਕੀ ਆ ਕਿ ਜਦੋਂ ਲੋਕ ਜੀਓ ਵਾਲੇ ਸਿਮ ਤੇ ਉਹਨਾਂ ਨੂੰ ਮੈਸੇਜ ਭੇਜਦੇ ਆ, 1900 ਤੇ ਮੈਸੇਜ ਭੇਜਣਾ ਪੈਂਦਾ ਤੇ ਉਧਰੋਂ ਅੱਗੇ ਮੈਸੇਜ ਆਉਂਦਾ ਹੁੰਦਾ ਸੀ ਤੇ ਆਪਾਂ ਕਨਵਰਟ ਕਰਵਾ ਲੈਂਦੇ ਸੀ। ਹੁਣ ਕੀ ਆ ਕਿ ਕੰਪਨੀ ਵੱਲੋਂ ਇੱਕ ਮੈਸੇਜ ਆ ਰਿਹਾ ਕਿ ਤੁਸੀਂ ਇਹਦੇ ਲਈ ਐਲੀਜੀਬਲ ਹੀ ਹੈ ਨਹੀਂ। ਕਾਰਨ ਕੀ ਆ ਕਿ ਕਾਰਨ ਤੁਸੀਂ ਇਹ ਦੱਸ ਸਕਦੇ ਆ ਕਿ ਕੀ ਹੋ ਸਕਦਾ ਕਿ ਮਤਲਬ, ਕਿਉਂਕਿ ਹੁਣ ਨੰਬਰ ਤਾਂ ਕੋਈ ਚੇਂਜ ਕਰਾ ਹੀ ਨਹੀਂ ਸਕਦਾ ਜੀ। ਉਹ ਕਹਿੰਦੇ ਜਿਆਦਾ ਉਹਨੇ ਨੂੰ ਬੰਦ ਕਰਵਾਓ, ਚੇਂਜ ਨਹੀਂ ਕਰਵਾ ਸਕਦੇ। ਦੇਖੋ ਇਹਦੇ ਚ ਜਿਹੜਾ ਬੇਸਿਕ ਕਾਰਨ ਤੁਸੀਂ ਪੁੱਛਿਆ, ਉਹ ਕਾਰਨ ਇਹ ਆ ਕਿ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਲੋਕਾਂ ਦੇ ਫੋਨ ਆ ਉਹ ਜੀਓ ਤੋਂ ਡਾਈਵਰਟ ਹੋ ਗਏ, ਟ੍ਰਾਂਸਫਰ ਹੋ ਗਏ ਦੂਜੀਆਂ ਕੰਪਨੀਆਂ। ਹਾਂਜੀ, ਠੀਕ ਹੈ ਜੀ। ਇੱਕ ਬੜਾ ਵੱਡਾ ਝਟਕਾ ਸੀ। ਹੁਣ ਇਸ ਝਟਕੇ ਨੂੰ ਰੋਕ ਲਾਉਣ ਦੇ ਲਈ ਜਿਹੜਾ 1900 ਨੰਬਰ ਹੈ ਉਹਨੂੰ ਉਹਨਾਂ ਨੇ ਡਿਸੇਬਲ ਕਰਤਾ। ਤੁਸੀਂ ਕਾਲ ਕਰੋ, ਉਹ ਨੰਬਰ ਚੁੱਕਦਾ ਹੀ ਕੋਈ ਨਹੀਂ, ਨਾਲ ਹੀ ਬੰਦ ਹੋ ਜਾਂਦਾ। ਉਹ ਕਹਿੰਦੇ ਫੈਸਿਲਿਟੀ ਹੈ ਨਹੀਂ, ਉਹ ਮੈਸੇਜ ਆ ਜਾਂਦਾ ਨੋ ਰਿਪਲਾਈ ਦਾ, ਤੁਹਾਡੀ ਗੱਲ ਹੀ ਨਹੀਂ ਹੋਣੀ। ਠੀਕ ਹੈ ਜੀ। ਹੁਣ ਦੇਖੋ ਦੂਸਰੇ ਪਾਸੇ ਜਿਹੜੀ ਵੱਡੀ ਗੱਲ ਇਹ ਆ ਕਿ ਜਿਹੜੀਆਂ ਦੂਜੀਆਂ ਕੰਪਨੀਆਂ ਉਹਦੇ ਵਿੱਚ ਤੁਸੀਂ ਟ੍ਰਾਂਸਫਰ ਕਰਨ ਦੀ ਗੱਲ ਤੁਹਾਨੂੰ ਸਹੂਲਤ ਹੈਗੀ ਸੀ ਕਾਨੂੰਨੀ ਤੌਰ ਤੇ, ਪਰ ਜਦੋਂ ਹੁਣ ਇਦਾਂ ਉਹ ਜੀਓ ਨੇ ਕਹਿਤਾ ਜਾਂ ਜੀਓ ਦੇ ਜਿਹੜੇ ਆਊਟਲੈਟ ਹੈਗੇ ਉੱਥੇ ਕਿਹਾ ਜਾਂਦਾ ਕਿ ਜੀ ਅਸੀਂ ਇਹਨੂੰ ਟ੍ਰਾਂਸਫਰ ਨਹੀਂ ਕਰ ਸਕਦੇ, ਤੁਸੀਂ ਇਹਨੂੰ ਬੰਦ ਕਰਾਉਣਾ ਤੇ ਕਰਾ ਲਓ। ਹੁਣ ਜਿਸ ਬੰਦੇ ਦੇ ਕੋਲ ਫੋਨ ਪਿਛਲੇ 10 ਸਾਲਾਂ ਤੋਂ 20 ਸਾਲਾਂ ਤੋਂ ਇੱਕ ਨੰਬਰ ਸੇਵ ਕਰਕੇ ਰੱਖਿਆ, ਉਹਦੇ ਰਿਸ਼ਤੇਦਾਰਾਂ ਦੇ ਕੋਲ, ਉਹਦੇ ਸਕੇ ਸੰਬੰਧੀਆਂ ਦੇ ਕੋਲ, ਉਹਦੇ ਫਰੈਂਡ ਸਰਕਲ ਦੇ ਕੋਲ ਕਿਸੇ ਦਾ ਬਿਜ਼ਨਸ ਫੋਨ ਹੈ, ਉਹ ਹਜ਼ਾਰਾਂ ਲੋਕਾਂ ਦੇ ਕੋਲ ਹੁੰਦਾ। ਮੇਰੇ ਵਰਗੇ ਦਾ ਫੋਨ ਜਿਹੜਾ ਤੁਸੀਂ ਗੂਗਲ ਵਿੱਚ ਨੰਬਰ ਪਾਓ, ਮੇਰਾ ਨਾਮ ਪਾਓ, ਤੁਹਾਨੂੰ ਨੰਬਰ ਵੀ ਮਿਲ ਜਾਣਾ। ਠੀਕ ਹੈ ਜੀ। ਸੋ ਮਤਲਬ ਇਦਾਂ ਦੇ ਨੰਬਰ ਹੁੰਦੇ ਆ। ਉਹ ਜਦੋਂ ਤੁਸੀਂ, ਉਹ ਜੀਓ ਵਾਲੇ ਕਹਿੰਦੇ ਕਿ ਤੁਸੀਂ ਨੰਬਰ ਛੱਡ ਦਿਓ ਜੀ, ਨਵਾਂ ਨੰਬਰ ਲੈ ਲਓ। ਨਵਾਂ ਨੰਬਰ ਲੈ ਕੇ ਇਹਦਾ ਮਤਲਬ ਤੁਸੀਂ ਸਾਰੇ ਲੋਕਾਂ ਨਾਲੋਂ ਡਿਸਕਨੈਕਟ ਹੋ ਜਾਓ ਕਿਉਂਕਿ ਤੁਸੀਂ ਛੱਡ ਹੀ ਨਾ ਸਕੋ ਜੀਓ ਦਾ ਨੰਬਰ। ਇਹੀ ਪਾਲਿਸੀ ਉਹਨਾਂ ਦੀ ਇੱਕ ਚਾਲ ਹੈ, ਜਿਹੜੀ ਚਾਲ ਟੈਂਪਰੇਰੀਲੀ ਕਾਮਯਾਬ ਹੋ ਰਹੀ ਹੈ। ਪਰ ਇਸ ਤੋਂ ਪਹਿਲਾਂ ਕਿ ਉਹ ਇਸ ਚਾਲ ਨੂੰ ਇੰਪਲੀਮੈਂਟ ਕਰਦੇ, ਲੋਕਾਂ 'ਚ ਲੈ ਕੇ ਆਉਂਦੇ, ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣੇ ਜੀਓ ਦੇ ਸਿਮ ਜਿਹੜੇ ਸੀਗੇ ਉਹ ਦੂਸਰੀਆਂ ਕੰਪਨੀਆਂ ਵਿੱਚ ਟ੍ਰਾਂਸਫਰ ਕਰ ਲਏ। ਹਾਂਜੀ, ਬੜੀ ਵੱਡੀ ਚਾਲ ਸਾਹਮਣੇ ਆ ਰਹੀ ਹੈ ਜੀ ਇਹ ਕੰਪਨੀਆਂ ਦੀ। ਜੇ ਆਪਾਂ ਦੂਸਰੇ ਪਾਸੇ BSNL ਦੀ ਗੱਲ ਕਰ ਲਈਏ ਤਾਂ ਉਹਦੇ ਤੇ ਵੀ ਇੱਕ ਆਟੋ ਰਿਪਲਾਈ ਮੈਸੇਜ ਆ ਰਿਹਾ ਕਿ ਜਦੋਂ ਤੁਸੀਂ ਉਹਨੂੰ ਕਲਿੱਕ ਕਰਦੇ ਆ ਤੇ ਉਹ ਆਪਣੇ ਆਪ ਹੀ ਉਹ ਪੁੱਛ ਰਹੇ ਆ ਕਿ ਤੁਸੀਂ ਇਸ ਅੰਦੋਲਨ ਦੇ ਹੱਕ 'ਚ ਆ ਜਾਂ ਨਹੀਂ। ਹਾਂਜੀ, ਤਾਂ ਉਹਦੇ ਜਦੋਂ ਮੈਸੇਜ ਤੇ ਕਲਿੱਕ ਕਰਦੇ ਆ ਤੇ ਉਹ ਪਹੁੰਚ ਜਾਂਦਾ ਜੀ ਨਹੀਂ ਇਹ ਮੈਸੇਜ। ਬਿਲਕੁਲ ਇਹੀ ਹੈ ਜੀ। BSNL ਜਿਹੜਾ ਸਭ ਤੋਂ ਵੱਡਾ ਨੈਟਵਰਕ ਹੈਗਾ ਜੀ, ਉਹਦੇ ਜਿਹੜੇ ਲੋਕਾਂ ਦੇ ਕੋਲ BSNL ਦੇ ਕਨੈਕਸ਼ਨ ਹੈਗੇ ਆ, ਉਹਨਾਂ ਨੂੰ ਇੱਕ ਮੈਸੇਜ ਆ ਰਿਹਾ ਕਿ ਕੀ ਤੁਸੀਂ ਫਾਰਮਰਸ ਐਜੀਟੇਸ਼ਨ ਦੇ ਹੱਕ ਵਿੱਚ ਹੋ ਜਾਂ ਵਿਰੋਧ ਵਿੱਚ ਹੋ। ਆਪਣੇ ਵਿਊ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਦਿਓ। ਜਦੋਂ ਤੁਸੀਂ ਕਲਿੱਕ ਕਰਦੇ ਹੋ, ਉਹ ਆਟੋਮੈਟਿਕਲੀ ਇਹ ਮੈਸੇਜ ਚੱਲ ਜਾਂਦਾ ਕਿ ਅਸੀਂ ਤਾਂ ਖਿਲਾਫ ਹਾਂ ਜੀ। ਯਾਨੀ ਸਰਕਾਰ ਆਪਣੇ ਇਸ BSNL ਸਰਕਾਰੀ ਅਦਾਰਾ, ਬਿਲਕੁਲ ਜੀ, ਉਹਦੇ ਰਾਹੀਂ ਉਹਦਾ ਪੂਰਾ ਫਾਇਦਾ ਲੈ ਕੇ ਕੱਲ ਨੂੰ ਪ੍ਰਧਾਨ ਮੰਤਰੀ ਹੋ ਸਕਦਾ ਉਹਦੇ ਮਨ ਕੀ ਬਾਤ ਵਿੱਚ ਜਾਂ ਕਿਸੇ ਹੋਰ ਰੈਲੀ ਵਿੱਚ ਇਹ ਗੱਲ ਕਹਿਣ ਕਿ BSNL ਨੇ ਸਰਵੇ ਕੀਤਾ, BSNL ਲੋਕਾਂ ਤੋਂ ਪੁੱਛਿਆ। ਲੋਕੀ ਤਾਂ ਚਾਹੁੰਦੇ ਹੀ ਨਹੀਂ, ਲੋਕੀ ਫਾਰਮਰਸ ਐਜੀਟੇਸ਼ਨ ਦੇ ਖਿਲਾਫ ਹੈ। ਔਰ ਇਹ ਜਿਹੜੇ ਖੇਤੀ ਕਾਨੂੰਨ ਅਸੀਂ ਬਣਾਏ ਆ
ਇਹਨਾਂ ਦੇ ਹੱਕ ਵਿੱਚ ਆ। ਜਿਵੇਂ ਕਿ ਸਰਵੇ ਦੀ ਗੱਲ ਕਰਦੇ ਆ ਆਪਾਂ, ਜਿਵੇਂ ਆਪਾਂ ਮੀਡੀਆ ਦੀ ਗੱਲ ਕਰ ਲੈਂਦੇ ਆ, ਤੇ ਉਹ ਜਿਹੜੇ ਵਿਕਾਊ ਮੀਡੀਆ ਦੀ ਆਪਾਂ ਗੱਲ ਕਰਦੇ ਆ ਕਿ ਉਹ ਵੀ ਪਿੰਡਾਂ ਦੇ ਵਿੱਚ ਦੂਰ ਦੂਰ ਜਿਹੜੇ ਪਿੰਡ ਦੇ ਵਿੱਚ ਕੋਈ ਸਾਧਨ ਹੀ ਨਹੀਂ ਜਾਣਦਾ, ਉਹ ਪਤਾ ਨਹੀਂ ਕਿੱਦਾਂ ਪਹੁੰਚਦੇ ਆ। ਤੇ ਇਸ ਵੀ ਜਿਹੜਾ ਹੈਗਾ ਅੰਦੋਲਨ ਦੇ ਵੀ ਬਾਹਰ ਦੇ ਇਲਾਕਿਆਂ ਦੇ ਵਿੱਚ ਉਹ ਸਰਵੇ ਟਾਈਪ ਜਿਹੜੇ ਹੈਗੀਆਂ ਉਹ ਗੱਲਾਂ ਕਰ ਰਹੇ ਆ ਲੋਕਾਂ ਨਾਲ। ਹਾਂਜੀ ਤੁਸੀਂ ਦੱਸੋ ਕਿ ਤੁਸੀਂ ਹੱਕ ਦੇ ਵਿੱਚ ਆ ਜਾਂ ਨਹੀਂ ਹੱਕ ਦੇ ਵਿੱਚ, ਤੇ ਉਹ ਬੰਦੇ ਕਹਿ ਰਹੇ ਆ ਕਿ ਨਹੀਂ ਜੀ ਅਸੀਂ ਤਾਂ ਅਸਲੀ ਕਿਸਾਨ ਤਾਂ ਅਸੀਂ ਬੈਠੇ ਆ, ਉਹ ਤਾਂ ਪਤਾ ਨਹੀਂ ਕਿੱਥੋਂ ਦੇ ਕਿਸਾਨ ਆ। ਇਹ ਜਿਹੜੀਆਂ ਕੰਪਨੀਆਂ ਤੋਂ ਸਰਵੇ ਕਰਵਾ ਰਹੀ ਆ ਸਰਕਾਰ, ਕੀ ਕਹਿੰਦੇ ਆ ਤੁਸੀਂ ਇਹਦੇ ਬਾਰੇ? ਦੇਖੋ ਸਰਕਾਰ ਚਾਲਾਂ ਚੱਲਦੀ ਆ, ਇਹ ਵੀ ਇੱਕ ਚਾਲ ਆ ਜੀ, ਠੀਕ ਆ ਜੀ। ਇਸ ਚਾਲ ਦੇ ਵਿੱਚ ਕਿੰਨੇ ਕੁ ਲੋਕ ਫਸਦੇ ਹੈਗੇ ਆ ਜੀ, ਉਹ ਤਾਂ ਅੱਗੇ ਫਿਊਚਰ ਨੇ ਦੱਸਣੀ ਗੱਲ। ਜੀ ਜੀ ਅਸਲੀਅਤ ਇਹ ਆ ਕਿ ਅਸਲੀ ਕਿਸਾਨ ਕਿਹੜੇ ਆ ਤੇ ਨਕਲੀ ਕਿਸਾਨ ਕਿਹੜੇ ਆ। ਜੇ ਅਜੇ ਵੀ ਲੋਕਾਂ ਨੂੰ ਨਹੀਂ ਪਤਾ ਲੱਗਾ ਤੇ ਫੇਰ ਕਦੀ ਨਹੀਂ ਲੱਗਣਾ। ਅਸਲੀ ਕਿਸਾਨ ਉਹੀ ਆ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਔਰ ਪਿਛਲੇ 1 ਮਹੀਨੇ ਤੋਂ ਵੱਧ ਕੰਮ ਹੋ ਗਿਆ ਬੈਠੇ ਹੈਗੇ ਆ। ਉਹਨਾਂ ਕਿਸਾਨਾਂ ਦੀ ਜ਼ਿੰਦਗੀ ਕੀ ਹੈਗੀ ਆ। ਬਹੁਤ ਸਾਰੇ ਲੋਕ ਵੱਡੇ ਕਹਿੰਦੇ ਕਹਾਉਂਦੇ ਲੋਕ ਉੱਥੇ ਜਾ ਕੇ ਪਰਸਨਲੀ ਵਿਜ਼ਿਟ ਕਰਕੇ ਵੇਖ ਕੇ ਆਏ ਆ, ਉਹ ਦੱਸਦੇ ਹੈਗੇ ਉਹ ਮਾੜੀ ਜ਼ਿੰਦਗੀ ਨਹੀਂ ਜੀ ਰਹੇ ਜੀ, ਉਹ ਚੰਗੀ ਜ਼ਿੰਦਗੀ ਜੀ ਰਹੇ। ਔਰ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਲੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਸਹੂਲਤਾਂ ਪ੍ਰੋਵਾਈਡ ਕਰ ਰਹੀ ਹੈ, ਕਿਉਂਕਿ ਉੱਥੇ ਬੱਚੇ ਵੀ ਆ, ਉੱਥੇ ਔਰਤਾਂ ਵੀ ਆ, ਬੁੱਢੀਆਂ ਮਾਈਆਂ ਵੀ ਆ ਜਿਨ੍ਹਾਂ ਦੇ ਲੱਕ ਦੋਹਰੇ ਹੋਏ ਆ, ਉੱਥੇ ਬਜ਼ੁਰਗ ਵੀ 80-85 ਸਾਲਾਂ ਦੇ ਹੈਗੇ ਆ। ਉਹਨਾਂ ਨੂੰ ਉਹ ਬੇਸਿਕ ਸਹੂਲਤਾਂ ਦੀ ਲੋੜ ਆ ਜਿਹੜੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਉਹ ਇਸੇ ਕਰਕੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਕਿ ਉਹ ਡੁੱਲਣ ਨਾ, ਉਹ ਪਛਾਣ ਨੂੰ ਨਾ ਆਉਣ। ਠੀਕ ਹੈ ਜੀ। ਉਹ ਅੱਜ ਉੱਥੇ ਧਰਨਾ ਮਾਰ ਕੇ ਬੈਠੇ ਆ, ਡਟ ਕੇ ਬੈਠੇ ਆ। ਉਹਦੇ ਪਿੱਛੇ ਕਾਰਨ ਇਹ ਆ ਕਿ ਬੈਕਬੋਨ ਬੈਕਬੋਨ ਕੀ ਹੁੰਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਰਾਸ਼ਨ ਪੱਖੋਂ ਤੰਗੀ ਨਾ ਆਵੇ, ਉਹਨਾਂ ਨੂੰ ਰਹਿਣ ਦੀਆਂ ਖਾਣ ਪੀਣ ਦੀਆਂ ਸਹੂਲਤਾਂ ਦੀ ਤੰਗੀ ਨਾ ਆਵੇ, ਉਹ ਤੰਗੀ ਆਉਣ ਨਹੀਂ ਦਿੱਤੀ ਜਾ ਰਹੀ। ਪਰ ਦੂਜੇ ਪਾਸੇ ਜਿਹੜੇ ਇਹ ਮੀਡੀਆ ਦੇ ਕੁਝ ਲੋਕ ਕਹਿ ਸਕਦੇ ਤੁਸੀਂ, ਜਾਂ ਕੁਝ ਏਜੰਸੀਆਂ ਦੇ ਛੱਡੇ ਹੋਏ ਲੋਕ ਕਹਿ ਸਕਦੇ ਸੋ ਕਾਲਡ ਸਰਵੇ ਕਰਦੇ ਪਏ ਆ, ਉਹ ਕਰਦੇ ਆ, ਬਿਨਾਂ ਸ਼ੱਕ ਕਰਦੇ ਆ, ਸਰਕਾਰਾਂ ਕਰਦੀਆਂ ਹੀ ਹੁੰਦੀਆਂ। ਠੀਕ ਹੈ ਜੀ। ਇਹਦੇ ਚ ਕਿੰਨਾ ਕਾਮਯਾਬ ਹੁੰਦੇ ਆਉਣ ਵਾਲਾ ਸਮਾਂ ਦੱਸੂਗਾ। ਜੀਓ ਦੀ ਗੱਲ ਕਰਦੇ ਆਪਾਂ, ਜੀਓ ਦੇ ਟਾਵਰ ਵੀ ਹੁਣ ਪਿੱਛੇ ਜੇ ਤੁਸੀਂ ਦੇਖਦੇ ਆ ਕਿ ਲੋਕਾਂ ਨੇ ਟਰੈਕਟਰਾਂ ਦੇ ਪਿੱਛੇ ਪਾ ਕੇ ਉਹਨਾਂ ਦੇ ਜਿਹੜੇ ਸੀਗੇ ਇੰਜਨ ਜਨਰੇਟਰਾਂ ਦੀ ਗੱਲ ਕਰ ਲਈਏ ਤਾਂ ਗੁਰਦੁਆਰਿਆਂ ਦੇ ਵਿੱਚ ਛੱਡ ਆਂਦੇ। ਤਾਂ ਸਰਕਾਰ ਕਹਿੰਦੀ ਵੀ ਤੁਸੀਂ ਇਹ ਸੰਪੱਤੀ ਆ ਜਿਹੜੀ ਉਹ, ਭਾਵੇਂ ਕਿ ਅਸੀਂ ਵੀ ਇਸ ਚੀਜ਼ ਦੇ ਹੱਕ 'ਚ ਨਹੀਂ ਕਿ ਸਰਕਾਰੀ ਸੰਪੱਤੀ ਆ, ਜਾਂ ਕਿਉਂਕਿ ਉਹਨਾਂ ਨੂੰ ਤਾਂ ਜੇ ਤੁਸੀਂ ਉਹਨਾਂ ਦਾ ਜਨਰੇਟਰ ਦੂਰ ਲੈ ਗਏ ਤਾਂ ਉਹਨਾਂ ਦੇ ਇੰਸ਼ੋਰੈਂਸ ਕਰਵਾਏ, ਉਹਨਾਂ ਨੂੰ ਤਾਂ ਪੈਸੇ ਮਿਲ ਹੀ ਜਾਣੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਕਿਉਂਕਿ ਜਿਹੜਾ ਇਹ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਹੋ ਸਕਦਾ ਪਰਚੇ ਕਰੇ ਸਰਕਾਰ, ਕੋਈ ਤਰ੍ਹਾਂ ਦਾ ਵੀ ਹੱਥ ਕੰਡਾ ਅਪਣਾ ਸਕਦੀ। ਕੀ ਕਹਿੰਦੇ ਜੀ ਤੁਸੀਂ ਇਸ ਬਾਰੇ ਵੀ ਇਹ ਹੋਣਾ ਚਾਹੀਦਾ ਜਾਂ ਕਿਦਾਂ, ਕੀ ਵਿਚਾਰ? ਕਈ ਦਿਨਾਂ ਤੋਂ ਇਹ ਜਿਹੜੀ ਇੱਕ ਨਵੀਂ ਲਹਿਰ ਚੱਲ ਪਈ ਜਿੱਥੇ ਜੀਓ ਦੇ ਸਿਮ ਦਾ ਬਾਈਕਾਟ ਸੀਗਾ, ਜੀਓ ਦੇ ਹੋਰ ਪ੍ਰੋਡਕਟ ਜਿਹੜੇ ਇਹਨਾਂ ਦੇ ਅੰਬਾਨੀਆਂ ਅਡਾਨੀਆਂ ਦੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ। ਫਾਰਚੂਨ ਦੀ ਤੁਸੀਂ ਗੱਲ ਕੀਤੀ ਆ, ਬਾਬਾ ਰਾਮਦੇਵ ਦੇ ਪ੍ਰੋਡਕਟ ਦੀਆਂ ਗੱਲ ਕੀਤੀ ਹੈਗੀ ਆ। ਇਹ ਗੱਲ ਕਿਸੇ ਹੱਦ ਤੱਕ ਲੋਕਾਂ ਦੀ ਏਜੈਂਟਮੈਂਟ ਠੀਕ ਹੈ, ਉਹਨਾਂ ਦਾ ਰੋਸ ਠੀਕ ਹੈ। ਹੁਣ ਦੂਜੀ ਗੱਲ ਆ ਗਈ ਟਾਵਰਸ ਦੀ। ਟਾਵਰ ਦੇ 2-3 ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕਿ ਟਾਵਰ ਦੀ ਬਿਜਲੀ ਬੰਦ ਕਰਤੀ ਹੈ, ਉਹਦੇ ਸਵਿਚ ਜਿਹੜੇ ਟਰਾਂਸਫਾਰਮਰ ਆ ਉਹ ਸਵਿਚ ਆਫ ਕਰਤੇ ਜਾਣ ਤਾਂ ਕਿ ਉੱਥੇ ਲਾਈਟ ਜਾਵੇ ਹੀ ਨਾ। ਚਲੋ ਕਿਸੇ ਹੱਦ ਤੱਕ ਇਹ ਕੁਛ ਕਰ ਸਕਦੇ ਲੋਕ, ਕੁਛ ਲੋਕ ਕਰ ਸਕਦੇ, ਲੋਕਾਂ ਨੂੰ ਰੀਐਂਟਮੈਂਟ ਕਰਨ ਦਾ ਰਾਈਟ ਹੈ। ਪਰ ਭਾਵੇਂ ਨਿੱਜੀ ਤੌਰ ਤੇ ਮੈਂ ਵੀ, ਤੁਸੀਂ ਵੀ ਇਸ ਗੱਲ ਤੇ ਸਹਿਮਤ ਨਹੀਂ ਹੈਗੇ ਕਿ ਤੁਸੀਂ ਇੱਕ ਟਾਵਰ ਦੀ ਬਿਜਲੀ ਬੰਦ ਕਰ ਰਹੇ ਹੋ, ਉਹਦੇ ਨਾਲ ਕਿੰਨੇ ਲੋਕਾਂ ਦਾ ਨੁਕਸਾਨ ਹੋ ਰਿਹਾ। ਇਹ ਸ਼ਾਇਦ ਚੰਗਾ ਕਦਮ ਨਹੀਂ ਹੈ। ਹੋ ਸਕਦਾ ਸਾਡੀ ਗੱਲ ਕਿਸੇ ਨੂੰ ਭੈੜੀ ਵੀ ਲੱਗੇ। ਉਸ ਤੋਂ ਬਾਅਦ ਉਹਨਾਂ ਦੀਆਂ ਬੈਟਰੀਆਂ ਜਿਹੜੀਆਂ, ਉਹਨਾਂ ਦੇ ਟਰਾਂਸਫਾਰਮਰ ਜਿਹੜੇ ਉਹ ਟਰੈਕਟਰਾਂ ਦੇ ਪਿੱਛੇ ਧੂ ਕੇ ਗੁਰਦੁਆਰਿਆਂ ਦੇ ਪਿੱਛੇ ਰੱਖ ਦੇਣ ਦਾ ਕੋਈ ਫਾਇਦਾ ਨਹੀਂ। ਉਹਨਾਂ ਨੂੰ ਕੁਝ ਨਹੀਂ ਹੋਣਾ, ਉਹ ਤੁਹਾਡੀ ਗੱਲ ਠੀਕ ਹੈ, ਆਪਣਾ ਆਪਦੇ ਭਾਈਚਾਰੇ ਦਾ ਹੀ ਹੋ ਜਾਣਾ। ਉਹ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਨੂੰ ਇੰਸ਼ੋਰੈਂਸ ਕਵਰੇਜ ਹੈਗੀ ਆ, ਉਹਨਾਂ ਨੂੰ ਉਹ ਮਿਲ ਜਾਣੇ, ਕਲੇਮ ਮਿਲ ਜਾਣੇ, ਉਹਨਾਂ ਦਾ ਕੋਈ ਨੁਕਸਾਨ ਤੁਸੀਂ ਨਹੀਂ ਕਰ ਸਕੋਗੇ। ਪਰ ਇਹ ਗੱਲ ਤੁਸੀਂ ਬਿਲਕੁਲ ਇਨਸ਼ੋਰ ਕਰੋ ਕਿ ਲੋਕੀ ਜੀਓ ਦੇ ਪ੍ਰੋਡਕਟ ਵਰਤਨੇ ਬੰਦ ਕਰ ਦੇਣ, ਉਹਨਾਂ ਦੇ ਮੋਬਾਈਲ ਵਰਤਨੇ ਬੰਦ ਕਰ ਦੇਣ, ਉਹਨਾਂ ਦੇ ਕਨੈਕਸ਼ਨ ਜਿਹੜੇ ਉਹ ਟ੍ਰਾਂਸਫਰ ਕਰਨ। ਉਹਨਾਂ ਦੇ ਕਨੈਕਸ਼ਨ ਜੇ ਹੁਣ ਟ੍ਰਾਂਸਫਰ ਨਹੀਂ ਹੋਊਗਾ ਤਾਂ ਹੋਰ ਹੱਲ ਲੱਭਿਆ ਜਾਵੇ। ਠੀਕ ਹੈ। ਪਰ ਉਂਝ ਦੇਖੋ ਗੱਲ ਇਹ ਆ, ਅੱਜ ਦੇ ਦਿਨਾਂ ਦੇ ਵਿੱਚ ਜੋ ਮਾਹੌਲ ਹੋਣਾ, ਹਰ ਇੱਕ ਵਿਅਕਤੀ ਦੇ ਕੋਲ ਇੱਕ ਤੋਂ ਵੱਧ ਮੋਬਾਈਲ ਵੀ ਹੈਗੇ। ਕੁਛ ਚਲੋ ਮੇਰੇ ਵਰਗੇ ਵਿਹਲਿਆਂ ਕੋਲ ਵੀ ਹੋਣਗੇ, ਕੁਛ ਜਿਹੜੇ ਸੱਚੀ ਮੁੱਚੀ ਜਿਹਨਾਂ ਨੂੰ ਲੋੜ ਆ ਉਹਨਾਂ ਕੋਲ ਵੀ ਹੈਗੇ ਆ। ਜਿਹਨਾਂ ਕੋਲ ਸੱਚੀ ਮੁੱਚੀ ਲੋੜ ਹੈਗੇ ਆ ਤੇ ਜੇ ਉਹਨਾਂ ਦਾ ਨੈਟਵਰਕ ਹੀ ਬੰਦ ਹੋ ਜਾਊਗਾ ਤੇ ਉਹ ਜਿਹੜੇ ਮੱਲੋ ਮੱਲੀ ਕਿਸਾਨੀ ਅੰਦੋਲਨ ਦੇ ਖਿਲਾਫ ਹੋ ਜਾਣਗੇ।
ਜੀ ਜੀ ਠੀਕ ਹੈ, ਇਹ ਸਾਨੂੰ ਕਾਰਵਾਈ ਨਹੀਂ ਕਰਨੀ ਜੀ, ਚਾਹੀਦੀ। ਜੀ। ਕਿਸਾਨੀ ਅੰਦੋਲਨ ਦਾ ਭਲਾ ਹੋਵੇ, ਫਾਇਦਾ ਹੋਵੇ, ਉਹਨੂੰ ਬੂਸਟ ਮਿਲੇ, ਉਹਨੂੰ ਉਤਸ਼ਾਹ ਮਿਲੇ, ਜੀ, ਜੀ। ਉਹਨਾਂ ਕੰਮ ਕਰਨ ਵਾਲੇ ਜਿਹੜੇ ਕਿਸਾਨਾਂ ਦੇ ਆਗੂ ਉਹਨਾਂ ਨੂੰ ਜੋਸ਼ ਮਿਲੇ, ਹੁੰਗਾਰਾ ਮਿਲੇ, ਇਹ ਕੰਮ ਕਰਨਾ ਚਾਹੀਦਾ, ਨਾ ਕਿ ਬਦਨਾਮੀ ਮਿਲੇ। ਮੈਂ ਸਮਝਦਾ ਕਿ ਇਹਦੇ ਨਾਲ ਬਦਨਾਮੀ ਮਿਲੂਗੀ। ਕਿਸਾਨਾਂ ਨੂੰ ਜਿਹੜੇ ਵੀ ਇਹ ਕੰਮ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਕਸਬਿਆਂ ਦੇ ਵਿੱਚ, ਕਿ ਉਹ ਉਹਨਾਂ ਦੇ ਟਾਵਰਾਂ ਦੀ ਲਾਈਟ ਬੰਦ ਕਰ ਰਹੇ ਆ, ਬਿਜਲੀ ਬੰਦ ਕਰ ਰਹੇ ਆ, ਟਰਾਂਸਫਾਰਮਰ ਆਫ ਕਰ ਰਹੇ, ਸਵਿਚ ਆਫ ਕਰ ਰਹੇ ਆ, ਜਾਂ ਉਹਨਾਂ ਦੀਆਂ ਬੈਟਰੀਆਂ ਤੋੜ ਰਹੇ ਆ, ਜੀ ਜੀ, ਉਹ ਕੰਮ ਨਹੀਂ ਕਰਨਾ ਚਾਹੀਦਾ। ਜੀ ਜੀ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਮੈਂ ਤੁਹਾਡੇ ਤੋਂ ਆਖਰੀ ਕੁਐਸਚਨ ਆ ਜੀ, ਸਰਕਾਰ ਨੇ ਚਲੋ ਡਿਵੈਲਪਮੈਂਟ ਦੇ ਕੰਮ ਕਰਨੇ ਹੀ ਹੁੰਦੇ ਆ ਜੀ, ਸਰਕਾਰ ਨੇ ਇੱਕ ਵੱਡਾ ਰੋਡ ਪਾਸ ਕੀਤਾ ਜਿਹੜਾ ਕਿ ਦਿੱਲੀ ਤੋਂ ਕਟੜਾ ਵਾਇਆ ਪੰਜਾਬ ਹੁੰਦਾ ਹੋਇਆ ਅੰਮ੍ਰਿਤਸਰ ਵੱਲ ਜਾਂਦਾ ਹੋਇਆ ਤੇ ਉਹ ਕਟੜੇ ਜਾਣਾ, ਤੇ ਉਹਦੇ ਲਈ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੁੰਦੀ ਆ, ਕਿਉਂਕਿ ਨੈਚੁਰਲੀ ਆ ਕਿ ਜ਼ਮੀਨ ਅਕਵਾਇਰ ਹੋਊਗੀ ਤਾਂ ਰੋਡ ਵੱਡੇ ਨਿਕਲਣਗੇ। ਉਹਦੇ ਵਿੱਚ ਕੀ ਹੁੰਦਾ ਕਿ ਜਿੱਥੋਂ ਤੱਕ ਆਪਾਂ ਨੌਲੇਜ ਰੱਖਦੇ ਆ ਕਿ ਉਹ ਜਦੋਂ ਵੱਡੇ ਰੋਡ ਪਾਸ ਹੁੰਦੇ ਆ ਤੇ ਸਰਕਾਰਾਂ ਨੇ ਬਹੁਤ ਜਿਹੜੀਆਂ ਹੈਗੀਆਂ ਕਾਰਪੋਰੇਸ਼ਨਾਂ ਤੋਂ, ਬਹੁਤ ਥਾਵਾਂ ਤੋਂ ਉਹਦੀਆਂ ਅਪਰੂਵਲਾਂ ਲੈਣੀਆਂ ਹੁੰਦੀਆਂ, ਤੇ ਉਹ ਲੈ ਕੇ ਹੀ ਰੋਡ ਪਾਸ ਕੀਤੇ ਗਏ ਹੁੰਦੇ ਆ। ਤਾਂ ਕੀ ਹੁਣ ਸਰਕਾਰ ਜਿਹੜੀ ਹੈਗੇ ਆ ਆਪਣੀਆਂ ਜਥੇਬੰਦੀਆਂ, ਇਹਨਾਂ ਨੇ ਐਲਾਨ ਕਰਤਾ, ਜਥੇਬੰਦੀਆਂ ਨੇ ਨਹੀਂ ਐਲਾਨ ਕਰਤਾ, ਲੋਕਾਂ ਦੀ ਆਵਾਜ਼ ਵਿੱਚੋਂ ਆ ਰਹੀ ਆ, ਤੇ ਕਿ ਜਿਹੜਾ ਇਹਦੇ ਲਈ ਜ਼ਮੀਨ ਅਕਵਾਇਰ ਨਹੀਂ ਕਰਵਾਵਾਂਗੇ ਅਸੀਂ, ਕਿਉਂਕਿ ਸਾਡੀ ਜ਼ਮੀਨ ਆ, ਅਸੀਂ ਅਕਵਾਇਰ ਨਹੀਂ ਕਰਵਾਵਾਂਗੇ, ਚਾਹੇ ਉਹ ਸਾਨੂੰ 1 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਵੇ। ਕੀ ਤੁਹਾਨੂੰ ਲੱਗਦਾ ਵੀ ਇਹ ਪੋਸੀਬਲ ਹੋ ਸਕਦਾ? ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਜਦੋਂ ਵੱਡੀ ਰੋਡ ਕੋਈ ਨਿਕਲਦੀ ਆ, ਵੱਡੀ ਸੜਕ ਨਿਕਲਦੀ ਆ ਕੋਈ, ਇਹ ਦਿੱਲੀ ਤੋਂ ਕਟੜਾ ਇੱਕ ਬਹੁਤ ਵੱਡੀ ਸੜਕ ਕੱਢਣ ਦਾ ਫੈਸਲਾ ਕੀਤਾ ਗਿਆ, ਬਾਹਰੋਂ ਬਾਹਰ ਸ਼ਹਿਰਾਂ ਤੋਂ ਨਿਕਲ ਜਾਊਗੀ, ਔਰ ਮਤਲਬ ਉਹ ਕਟੜਾ ਤੋਂ ਅੱਗੇ ਜੰਮੂ, ਜੰਮੂ ਤੋਂ ਅੱਗੇ ਸ੍ਰੀਨਗਰ, ਸਾਰੇ ਕੁਝ ਨੂੰ ਜੋੜਨ ਦੀ ਇੱਕ ਪ੍ਰੋਸੈਸ ਹੈਗੀ ਆ। ਇਦਾਂ ਹੁੰਦੀ ਆ, ਕਰਨੀ ਚਾਹੀਦੀ ਆ, ਇਹ ਇੱਕ ਡਿਵੈਲਪਮੈਂਟ ਦਾ ਪਾਰਟ ਹੈ। ਇਹਦੇ ਚ ਰੁਕਾਵਟ ਤਾਂ ਨਹੀਂ ਹੋਣੀ ਚਾਹੀਦੀ। ਪਰ ਜੇ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਆਪਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ, ਉਹ ਮੈਂ ਸਮਝਦਾ ਕਿ ਇਹ ਕਿਸਾਨੀ ਸੰਘਰਸ਼ ਜਿਹੜਾ ਇਹਦੇ ਨਾਲ ਜੁੜਦੀ ਗੱਲ ਹੈ। ਇਹ ਵੀ ਇੱਕ ਰਿਜੈਂਟਮੈਂਟ ਸ਼ੋ ਕੀਤੀ ਕਿਸਾਨਾਂ ਨੇ ਕਿ ਅਸੀਂ ਆਪਦੀ ਜ਼ਮੀਨ ਜਿਹੜੀ ਆ ਅਕਵਾਇਰ ਨਹੀਂ ਹੋਣ ਦੇਣੀ, ਭਾਵੇਂ ਕੁਛ ਹੋ ਜਾਏ। ਠੀਕ ਹੈ ਜੀ, ਉਹ ਟੈਂਪਰੇਰੀ ਹੈ। ਸਰਕਾਰ ਨੂੰ ਇਹਦੇ ਲਈ ਕੋਈ ਜੇ ਨੋਟੀਫਿਕੇਸ਼ਨ ਜਾਰੀ ਹੁਣੇ ਕਰ ਦੇਵੇ ਕੋਈ ਕਿ ਜੀ ਅਕਵਾਇਰ ਕਰ ਲਓ, ਜੇ ਕਰੋ ਉਹ ਕਰੋ, ਸਰਕਾਰ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। ਠੀਕ ਹੈ, ਹੋ ਸਕਦਾ ਕੁਝ ਕਿਸਾਨ ਹਾਈ ਕੋਰਟ ਚ, ਸੁਪਰੀਮ ਕੋਰਟ ਚ ਜਾ ਕੇ ਸਟੇ ਲੈ ਆਉਣ, ਫਿਰ ਵੀ ਸਰਕਾਰ ਨੇ ਰੁਕਣਾ ਹੀ ਆ। ਬਿਹਤਰ ਹੈ ਨਾ ਕਰੋ। ਬਿਲਕੁਲ ਜੀ, ਜਦੋਂ ਸਾਰਾ ਕੁਝ ਸਮੇਂ ਦੀ ਨਜ਼ਾਕਤ ਨੂੰ ਦੇਖਣਾ ਚਾਹੀਦਾ। ਬਿਲਕੁਲ, ਸਮੇਂ ਦੀ ਨਜ਼ਾਕਤ ਨੂੰ ਵੇਖਣਾ ਚਾਹੀਦਾ। ਜਦੋਂ ਠੀਕ ਹੋ ਜਾਊਗਾ ਸਾਰਾ, ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ, ਤੇ ਕਿਸਾਨਾਂ ਦੀਆਂ ਜ਼ਮੀਨਾਂ ਅੱਗੇ ਵੀ ਤਾਂ ਅਕਵਾਇਰ ਹੁੰਦੀਆਂ ਹੀ ਆ, ਅੱਗੇ ਵੀ ਤਾਂ ਸੜਕਾਂ ਨਿਕਲਦੀਆਂ ਹੀ ਆ, ਛੋਟੀਆਂ ਨਿਕਲਦੀਆਂ ਜਾਂ ਵੱਡੀਆਂ ਨਿਕਲਦੀਆਂ, ਇਹ ਵੀ ਨਿਕਲ ਜਾਊਗੀ। ਠੀਕ ਹੈ ਜੀ, ਪਰ ਅੱਜ ਦੀ ਡੇਟ ਵਿੱਚ ਜੇ ਕਿਸਾਨਾਂ ਦੇ ਨਾਲ ਤੁਸੀਂ ਇੱਕ ਪਾਸੇ ਧੱਕਾ ਕਰ ਰਹੇ ਹੋ, ਦੂਜੇ ਪਾਸੇ ਜ਼ਮੀਨਾਂ ਅਕਵਾਇਰ ਕਰਨ ਵਾਲੀ ਕੋਸ਼ਿਸ਼ ਕਰਦੇ ਹੋ, ਇਹ ਸ਼ਾਇਦ ਠੀਕ ਨਹੀਂ। ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਮੈਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਜਿਹੜੀ ਮੋਸਟ ਇੰਪੋਰਟੈਂਟ ਹੈ ਤੁਸੀਂ ਕੀਤੀ ਹੈ ਕਿ ਟਾਵਰਾਂ ਵਾਲੀ ਗੱਲ, ਉਹਦੇ ਲਈ ਮੈਂ ਜ਼ਰੂਰ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਿਹੜੇ ਨੌਜਵਾਨ ਜੁੜੇ ਹੈਗੇ ਆ ਕਿਸਾਨੀ ਅੰਦੋਲਨ ਦੇ ਨਾਲ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਆ, ਉਹਨਾਂ ਨੂੰ ਜ਼ਰੂਰ ਇਹ ਬੇਨਤੀ ਕਰਨੀ ਚਾਹੂੰਗਾ ਕਿ ਭਰਾਵੋ, ਦੋਸਤੋ, ਇਹ ਕੰਮ ਨਾ ਕਰੋ। ਨੁਕਸਾਨ ਹੋ ਸਕਦਾ ਇਹਦੇ ਨਾਲ, ਤੁਹਾਡਾ ਹੀ ਨੁਕਸਾਨ ਹੋ ਸਕਦਾ, ਤੁਹਾਡਾ ਹੀ ਨੈਟਵਰਕ ਨੂੰ ਪ੍ਰੋਬਲਮ ਆਉਣੀ ਹੈ। ਜੀਓ ਨੂੰ ਸ਼ਾਇਦ ਟੈਂਪਰੇਰੀ ਹੈ, ਉਹਨਾਂ ਨੂੰ ਨੁਕਸਾਨ ਨਾ ਹੋਵੇ ਬਹੁਤਾ। ਠੀਕ ਹੈ ਜੀ। ਹਾਂ, ਮੈਂ ਜੀਓ ਦੇ ਜਿਨ੍ਹਾਂ ਦੇ ਕੋਲ ਕਨੈਕਸ਼ਨ ਹੈਗੇ ਆ, ਮੈਂ ਉਹ ਟ੍ਰਾਂਸਫਰ ਕਰਨ ਦੇ ਹੱਕ 'ਚ ਆ, ਮੈਂ ਉਹ ਦੂਜੀਆਂ ਕੰਪਨੀਆਂ ਕੋਲ ਜਾਣ ਦੇ ਹੱਕ 'ਚ ਆ। ਉਹ ਜਿੱਦਾਂ ਮਰਜ਼ੀ ਜਾਣ। ਜੇ ਉਹਨਾਂ ਨੇ ਆਪਣਾ 900 ਫੋਨ ਬੰਦ ਕਰ ਦਿੱਤਾ ਤੇ ਉਹਦੇ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ। ਹੋਰ ਬਥੇਰੇ ਰਾਹ ਹੈਗੇ ਆ। ਹਾਂਜੀ, ਹੋਰ ਰਸਤੇ ਹੈਗੇ ਆ। ਕੋਰਟ ਦਾ ਦਰਵਾਜ਼ਾ ਖੜਕਾ ਕੇ 1900 ਜਿਹੜਾ ਸ਼ੁਰੂ ਕਰਵਾਇਆ ਜਾ ਸਕਦਾ ਹੈ। ਤੁਹਾਨੂੰ ਕਾਨੂੰਨੀ ਤੌਰ ਤੇ ਹੱਕ ਹੈਗਾ ਕਿ ਜੇ ਤੁਹਾਨੂੰ ਕਿਸੇ ਸਰਵਿਸ ਪ੍ਰੋਵਾਈਡਰ ਦੀਆਂ ਸਰਵਿਸਿਜ਼ ਚੰਗੀਆਂ ਨਹੀਂ ਲੱਗਦੀਆਂ, ਤੁਸੀਂ ਪੋਰਟ ਕਰ ਸਕਦੇ, ਤੁਸੀਂ ਦੂਜੇ ਪਾਸੇ ਜਾ ਸਕਦੇ। ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਸਮਾਂ ਬਿਤਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ ਵੈਰੀ ਮਚ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ, ਤੇ ਅਸੀਂ ਪਲ ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਵਚਨਬੱਧ ਹਾਂ। ਗਰਾਊਂਡ ਜ਼ੀਰੋ ਰਿਪੋਰਟ ਦੇ ਨਾਲ ਤੁਸੀਂ ਸਾਡੇ ਨਾਲ ਜੁੜੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।